ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਦੇ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਸੰਬੰਧੀ ਸਖਤ ਪਾਬੰਦੀਆਂ ਦਾ ਕੀਤਾ ਐਲਾਨ। ਰੂਸ ਦੇ ਨਾਲ ਜੁੜੇ 58 ਲੋਕਾਂ ਤੇ ਸੰਸਥਾਵਾਂ ਨੂੰ ਲਿਆ ਜਾਏਗਾ ਨਿਸ਼ਾਨੇ ਤੇ। ਯੂਕਰੇਨ ਦੇ ਵਿੱਚ ਕੈਨੇਡੀਅਨਾਂ ਨੂੰ ਆਨਲਾਈਨ ਅਪੀਲ ਕਰਨ ਤੇ ਪਨਾਹ ਲੈਣ ਦੀ ਅਪੀਲ। ਕੈਨੇਡੀਅਨਾਂ ਨੂੰ ਯੂਕਰੇਨ ਯਾਤਰਾ ਛੱਡਣ ਦੀ ਸਿਫਾਰਿਸ਼। ਯੂਕਰੇਨੀ ਔਰਤ ਦੇ ਪੈਰਾਂ ਦੀ ਬੇੜੀ ਬਣਿਆ ਕੈਨੇਡੀਅਨ ਵੀਜ਼ਾ। ਵੈਨਕੂਵਰ 'ਚ ਆਪਣੇ ਪਤੀ ਨੂੰ ਮਿਲਣ ਤੋਂ ਹੈ ਅਸਮਰਥ। ਕੈਨੇਡਾ ਸਰਕਾਰ ਨੂੰ ਵੀਜ਼ਾ ਨੀਤੀ ਸੌਖੀ ਕਰਨ ਦੀ ਅਪੀਲ। ਜਿਹਦੇ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਜਿਹੜੇ ਯੂਕਰੇਨ ਦੇ ਵਿੱਚ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਸ ਦੀ ਗੱਲਬਾਤ ਕਰ ਲੈਂਦੇ ਹਾਂ। ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਖਤੀ ਭਰਿਆ ਵਤੀਰਾ ਜਿਹੜਾ ਅਪਣਾਇਆ ਹੈ ਰੂਸ ਦੇ ਲਈ। ਖਾਸ ਤੌਰ ਦੇ ਉੱਤੇ ਉਹਨਾਂ ਨੇ ਰੂਸ ਨੂੰ ਤਾਕੀਦ ਕੀਤੀ ਹੈ ਕਿ ਰੂਸ ਬਾਜ਼ ਆ ਜਾਵੇ ਤੇ ਨਵੀਆਂ ਜਿਹੜੀਆਂ ਸੈਂਕਸ਼ਨ ਨੇ ਉਹਨਾਂ ਦਾ ਹੋਰ ਪਾਬੰਦੀਆਂ ਦਾ ਜਿਹੜਾ ਐਲਾਨ ਅੱਜ ਕਰ ਦਿੱਤਾ ਹੈ। ਉਸ ਮੁਤਾਬਕ ਨਵੀਆਂ ਸੈਂਕਸ਼ਨ ਦੇ ਵਿੱਚ ਰੂਸ ਦੇ ਨਾਲ ਜੁੜੇ ਜਿਹੜੇ 58 ਲੋਕਾਂ ਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਏਗਾ। ਇਸ ਦੇ ਵਿੱਚ ਵੈਗਨਰ ਗਰੁੱਪ ਦੇ ਵੱਲੋਂ ਜਾਣੀ ਜਾਂਦੀ ਰੂਸ ਦੀ ਪਾਰਲੀਮੈਂਟਰੀ ਆਰਗੇਨਾਈਜੇਸ਼ਨ ਤੇ ਰੂਸ ਦੇ ਅਹਿਮ ਬੈਂਕ ਵੀ ਸ਼ਾਮਿਲ ਨੇ। ਇਹ ਸੈਕਸ਼ਨ ਟਰੂਡੋ ਦੇ ਵੱਲੋਂ ਵਰਚੁਅਲ ਢੰਗ ਨਾਲ G7 ਬੈਠਕ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲਗਾਏ ਗਏ ਨੇ। ਪਾਬੰਦੀਆਂ ਦਾ ਸਾਹਮਣਾ ਰੂਸ ਦੀ ਸਿਕਿਉਰਿਟੀ ਪਰਮਿਟ ਵੀ ਰੱਦ ਕੀਤੇ ਜਾ ਰਹੇ ਨੇ ਅਤੇ ਨਵੇਂ ਪਰਮਿਟ ਜਿਹੜੇ ਨੇ ਉਹ ਜਾਰੀ ਨਹੀਂ ਕੀਤੇ ਜਾਣਗੇ। ਇਸ ਵੇਲੇ ਰੂਸ ਯੂਕਰੇਨ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਫਸੇ ਹੋਏ ਨੇ। ਆਮ ਲੋਕਾਂ ਦੇ ਵਿੱਚ ਇੱਕ ਯੂਕਰੇਨੀ ਔਰਤ ਸਾਹਮਣੇ ਆਈ ਹੈ ਜਿਸ ਨੇ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਜਿਹੜੀ ਹੈ ਉਹ ਵੀਜ਼ਾ ਪਾਬੰਦੀਆਂ ਦੇ ਵਿੱਚ ਢਿੱਲ ਕਰੇ, ਯਾਨੀ ਕਿ ਸੌਖੀਆਂ ਕਰੇ ਤਾਂ ਕਿ ਉਹ ਕੈਨੇਡਾ ਆ ਸਕਣ, ਆਪਣਿਆਂ ਨੂੰ ਮਿਲ ਸਕਣ, ਆਪਣੇ ਦੋਸਤਾਂ ਨੂੰ ਮਿਲ ਸਕਣ। ਇਸ ਔਰਤ ਨੇ ਆਪਣੀ ਗੁਹਾਰ ਲਗਾਈ ਹੈ ਤੇ ਕਈ ਅਦਾਰਿਆਂ ਤੱਕ ਇਸਨੇ ਪਹੁੰਚ ਕੀਤੀ ਹੈ ਔਰ ਇਸ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਕਿ ਇਸ ਵੇਲੇ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਨੇ ਤੇ ਉਹ ਉੱਥੋਂ ਨਿਕਲਣਾ ਚਾਹੁੰਦੇ ਨੇ। ਇਸ ਔਰਤ ਦਾ ਪਤੀ ਜਿਹੜਾ ਵੈਨਕੂਵਰ ਦੇ ਵਿੱਚ ਹੈ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਨੂੰ ਮਿਲ ਨਹੀਂ ਪਾਈ ਤੇ ਹੁਣ ਜੇ ਉਹ ਆਉਣਾ ਚਾਹੁੰਦੀ ਹੈ, ਉਸਨੇ ਵੀਜ਼ਾ ਵੀ ਲਗਾਇਆ ਸੀ ਤਾਂ ਉਸਦਾ ਵੀਜ਼ਾ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ। ਸੋ ਹੁਣ ਉਹ ਇਹੀ ਮੰਗ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਕੈਨੇਡੀਅਨ ਸਰਕਾਰ ਉਹਨਾਂ ਦੀ ਬਾਂਹ ਫੜੇ ਤੇ ਉਹਨਾਂ ਨੂੰ ਵਿਜ਼ਟਰ ਵੀਜ਼ਾ ਜਿਹੜਾ ਆਪਣਿਆਂ ਨੂੰ ਮਿਲਣ ਲਈ ਦਿੱਤਾ ਜਾਵੇ ਤੇ ਉਹ ਕੈਨੇਡਾ ਆ ਸਕਣ। ਦੱਸਦੇ ਕਿ ਇਵਾਨਾ ਸਾਈਵਕੌਨ ਉਹਨਾਂ ਲੋਕਾਂ ਦੇ ਵਿੱਚ ਸ਼ਾਮਿਲ ਹੈ ਜੋ ਹਮਲੇ ਤੋਂ ਪਹਿਲਾਂ ਭੱਜਣ ਦੇ ਯੋਗ ਸੀ ਪਰ ਉਸਦੇ ਮਾਪੇ ਅਜੇ ਵੀ ਯੂਕਰੇਨ ਦੇ ਵਿੱਚ ਨੇ। ਖੁਸ਼ਕਿਸਮਤੀ ਦੇ ਨਾਲ ਉਸਦਾ ਕਹਿਣਾ ਹੈ ਕਿ ਉਹ ਅਜੇ ਤੱਕ ਸੁਰੱਖਿਅਤ ਨੇ। ਉਸਦਾ ਕਹਿਣਾ ਹੈ ਕਿ ਜਦੋਂ ਉਸਨੇ ਆਪਣੀ ਮਾਂ ਦੇ ਨਾਲ ਗੱਲ ਕੀਤੀ ਤਾਂ ਬਹੁਤ ਹੀ ਸ਼ਾਂਤ ਸੀ। ਸੇਵਕੌਨ ਪਿਛਲੇ 10 ਦਿਨਾਂ ਤੋਂ ਬਲਗਾਰੀਆ ਦੇ ਵਿੱਚ ਹੈ ਤੇ ਵੈਨਕੂਵਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਉਸਦਾ ਪਤੀ ਕੰਮ ਕਰਦਾ ਹੈ, ਰਹਿੰਦਾ ਹੈ, ਪਰ ਮੌਜੂਦਾ ਵੀਜ਼ਾ ਲੋੜਾਂ ਕਾਰਨ ਉਹ ਜਾ ਨਹੀਂ ਸਕਦੀ। ਉਸਦਾ ਕਹਿਣਾ ਹੈ ਕਿ ਪਿਛਲੇ 24 ਘੰਟੇ ਡਰਾਉਣੇ ਰਹੇ ਅਤੇ ਉਹ ਆਪਣੇ ਪਤੀ ਦੇ ਨਾਲ ਦੁਬਾਰਾ ਜਿਹੜਾ ਹੈ ਉਹ ਰਹਿਣਾ ਚਾਹੁੰਦੀ ਹੈ ਤੇ ਉਸ ਦੇ ਨਾਲ ਸਮਾਂ ਜਿਹੜਾ ਹੈ ਬਿਤਾਉਣਾ ਚਾਹੁੰਦੀ ਹੈ। ਉਸਦਾ ਕਹਿਣਾ ਕਿ ਪਿਛਲੇ 24 ਘੰਟਿਆਂ ਨੂੰ ਜਿਸ ਤਰੀਕੇ ਨਾਲ ਦੇਖਿਆ ਉਹ ਬਿਆਨ ਕਰਨ ਦੇ ਕਾਬਿਲ ਵੀ ਨਹੀਂ ਹੈ। ਉਸਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮਿਲਣ ਲਈ ਬੇਚੈਨ ਹੋ ਰਹੀ ਹੈ। ਜੋੜੇ ਨੇ 2 ਸਾਲਾਂ ਤੋਂ ਵੱਧ ਸਮੇਂ ਵਿੱਚ ਇੱਕ ਦੂਜੇ ਨੂੰ ਵੇਖਿਆ ਨਹੀਂ ਹੈ। ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਲਈ ਉਸਦੀਆਂ ਕੋਸ਼ਿਸ਼ਾਂ ਨੂੰ ਇਨਕਾਰ ਕਰ ਦਿੱਤਾ ਗਿਆ। ਉਸ ਨੂੰ ਪਹਿਲੀ ਅਰਜ਼ੀ ਤੋਂ ਬਾਅਦ ਆਰਥਿਕ ਸਥਿਤੀ ਤੇ ਪਰਿਵਾਰਕ ਸਬੰਧਾਂ ਕਾਰਨ ਇਨਕਾਰ ਕਰ ਦਿੱਤਾ ਗਿਆ ਸੀ। ਇਸ ਔਰਤ ਨੇ ਕਿਹਾ ਕਿ ਲੋਕ ਹੁਣ ਮਰਨ ਲੱਗੇ ਨੇ। ਇਸ ਵੇਲੇ ਉਹ ਸਿਰਫ ਆਪਣੇ ਬਾਰੇ ਨਹੀਂ ਬਲਕਿ ਸਾਰੇ ਪਰਿਵਾਰਾਂ ਬਾਰੇ ਸੋਚ ਰਹੀ ਹੈ। ਜੇਕਰ ਉਹਨਾਂ ਸਾਰਿਆਂ ਨੂੰ ਕੈਨੇਡਾ ਜਾਣ ਦਿੱਤਾ ਜਾਵੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਨੇ ਤਾਂ ਇੱਕ ਵਧੀਆ ਵਿਕਲਪ ਹੋਵੇਗਾ। ਉਧਰ ਟਰੂਡੋ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਯੂਕਰੇਨੀਅਨ ਲੋਕਾਂ ਦੀਆਂ ਇਮੀਗ੍ਰੇਸ਼ਨ ਐਪਲੀਕੇਸ਼ਨਸ ਨੂੰ ਵੀ ਤਰਜੀਹ ਦੇਵੇਗੀ ਤੇ ਇੱਕ ਖਾਸ ਟੈਲੀਫੋਨ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਆਸਰੇ ਯੂਕਰੇਨ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਨੇ ਉਹ ਸਵਾਲ ਕੀਤੇ ਜਾ ਸਕਦੇ ਨੇ। ਉਹਨਾਂ ਕਿਹਾ ਕਿ ਕੈਨੇਡਾ ਨੂੰ ਯੂਕਰੇਨ ਦੇ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਤੇ ਪਰਮਾਨੈਂਟ ਰੈਜ਼ੀਡੈਂਟਸ ਲਈ ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਤੇ ਮੋਲਡੋਵਾ ਦੇ ਲਈ ਸੁਰੱਖਿਅਤ ਜਿਹੜਾ ਉਹ ਪੈਕੇਜ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਹੈ। ਯੂਕਰੇਨ ਦੇ ਵਿੱਚ ਬਣੇ ਨਾਜ਼ੁਕ ਹਾਲਾਤਾਂ ਨੂੰ ਦੇਖਦੇ ਹੋਏ ਕੈਨੇਡੀਅਨ ਸਰਕਾਰ ਲਗਾਤਾਰ ਜਿਹੜੇ ਉੱਥੇ ਕੈਨੇਡੀਅਨ ਨਾਗਰਿਕ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕਰ ਰਹੀ ਹੈ ਤੇ ਨਾਲ ਦੀ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਸੁਰੱਖਿਅਤ ਸ਼ੈਲਟਰ ਬਣੇ ਹੋਏ ਨੇ ਉਹ ਲੋਕ ਉੱਥੇ ਜਾ ਸਕਦੇ ਨੇ, ਉੱਥੇ ਪਨਾਹ ਲੈ ਸਕਦੇ ਨੇ। ਇਸ ਤੋਂ ਇਲਾਵਾ ਖਿੜਕੀਆਂ ਤੋਂ ਦੂਰ ਰਹਿਣ ਦੀ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕ ਰਸਤੇ ਦੇ ਵਿੱਚ ਨੇ ਜਾਂ ਯੂਕਰੇਨ ਦੀ ਯਾਤਰਾ ਕਰ ਚੁੱਕੇ ਨੇ ਜਾਂ ਕਰਨ ਜਾ ਰਹੇ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਜਾ ਰਹੀ ਹੈ ਕਿ ਯੂਕਰੇਨ ਦੀ ਜਿਹੜੀ ਯਾਤਰਾ ਹੈਗੀ ਹੈ ਉਹ ਕਰਨ ਤੋਂ ਪਰਹੇਜ਼ ਕਰਨ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ ਜਿੰਨਾ ਹੋ ਸਕੇ ਉੱਥੇ ਸੁਰੱਖਿਅਤ ਰਹਿਣ। ਵੀਰਵਾਰ ਨੂੰ ਰੂਸ ਦੁਆਰਾ ਜ਼ਮੀਨੀ, ਸਮੁੰਦਰੀ ਤੇ ਹਵਾਈ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਕੈਨੇਡੀਅਨਾਂ ਨੂੰ ਸ਼ਰਨ ਲੈਣ ਲਈ ਕਿਹਾ ਜਾ ਰਿਹਾ ਹੈ। ਹਮਲੇ ਤੋਂ ਬਾਅਦ ਆਪਣੀ ਅਪਡੇਟ ਕੀਤੀ ਸਲਾਹ ਦੇ ਵਿੱਚ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਨੂੰ ਨਜ਼ਦੀਕੀ ਜਿਹੜੇ ਬੰਬ ਸ਼ੈਲਟਰ ਨੇ ਉਹ ਲੱਭਣ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ ਦੇ ਲਈ ਕਹਿ ਰਹੀ ਹੈ। ਕੈਨੇਡਾ ਚੇਤਾਵਨੀ ਦੇ ਰਿਹਾ ਹੈ ਕਿ ਨਿੱਜੀ ਸੁਰੱਖਿਆ ਦੇ ਲਈ ਬਹੁਤ ਜ਼ਿਆਦਾ ਜੋਖਮ ਦੇ ਕਾਰਨ ਯੂਕਰੇਨ ਦੇ ਵਿੱਚ
ਵਿੱਚ ਯਾਤਰਾ ਕਰਨ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਵੀ ਸੁਝਾਅ ਦੇ ਰਿਹਾ ਹੈ ਕਿ ਜੋ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਸਕਦੇ ਨੇ ਉਹ ਤੁਰੰਤ ਅਜਿਹਾ ਕਰਨ। ਹਾਲਾਂਕਿ ਵੱਧਦੇ ਸੰਘਰਸ਼ ਦੇ ਕਾਰਨ ਯੂਕਰੇਨ ਦੇ ਅੰਦਰ ਤੇ ਬਾਹਰ ਯਾਤਰਾ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ। ਟਰਾਂਸਪੋਰਟ ਕੈਨੇਡਾ ਨੇ ਕੈਨੇਡੀਅਨ ਏਅਰ ਆਪਰੇਟਰਾਂ ਨੂੰ ਯੂਕਰੇਨ ਤੇ ਹੋਰ ਖੇਤਰਾਂ ਦੇ ਵਿੱਚ ਜਿਹੜੀ ਆ ਉੱਥੇ ਪਾਬੰਦੀ ਲਗਾਈ ਹੈ। ਇਹ ਏਅਰ ਆਪਰੇਟਰਾਂ ਨੂੰ ਕੀਵ, ਲਵੀਵ ਤੇ ਓਰੇਸਾ ਸਮੇਤ ਹੋਰ ਹਵਾਈ ਖੇਤਰਾਂ ਵਿੱਚ ਦਾਖਲ ਨਾ ਹੋਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਰੂਸੀ ਸੈਨਿਕਾਂ ਦੇ ਹਮਲੇ ਤੋਂ ਕੁਝ ਦੇਰ ਬਾਅਦ ਹੀ ਯੂਕਰੇਨ ਦੇ ਹਵਾਈ ਖੇਤਰ ਨੂੰ ਸਾਫ਼ ਕਰ ਦਿੱਤਾ ਗਿਆ ਸੀ ਤੇ ਕੁਝ ਉਡਾਨਾਂ ਰਾਜਧਾਨੀ ਸ਼ਹਿਰ ਕੀਵ ਤੋਂ ਰਵਾਨਾ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਹਾਲਾਂਕਿ ਸਵੇਰ ਵੇਲੇ ਖੇਤਰ ਨੂੰ ਹਿਲਾ ਦੇਣ ਵਾਲੇ ਧਮਾਕਿਆਂ ਤੋਂ ਬਾਅਦ ਵੇਰਵੇ ਬਹੁਤ ਹੀ ਘੱਟ ਨਜ਼ਰ ਆਏ। ਸਾਰੀਆਂ ਉਡਾਨਾਂ ਨੂੰ ਹੁਣ ਯੂਕਰੇਨ ਤੇ ਆਲੇ ਦੁਆਲੇ ਘੁੰਮਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਹ ਭਰੋਸਾ ਕੀਤਾ ਜਾਂਦਾ ਹੈ ਕਿ ਯਾਤਰੀਆਂ ਦੇ ਲਈ ਉਲਝਣ ਤੇ ਦੇਰੀ ਹੋ ਰਹੀ ਹੈ। ਹਮਲੇ ਸ਼ੁਰੂ ਹੁੰਦੇ ਹੀ ਇਜ਼ਰਾਈਲ ਤੋਂ ਟੋਰਾਂਟੋ ਜਾਣ ਵਾਲੀ ਇੱਕ ਫਲਾਈਟ ਨੂੰ ਯੂਕਰੇਨੀ ਹਵਾਈ ਖੇਤਰ ਤੋਂ ਤੇਜ਼ੀ ਨਾਲ ਜਿਹੜਾ ਉਹ ਚੱਕਰ ਕੱਟਦੇ ਦੇਖਿਆ ਗਿਆ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਉਤਰੇ ਤੇ ਖਬਰ ਸੁਣੀ ਉਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਥਿਤੀ ਕਿੰਨੀ ਗੰਭੀਰ ਸੀ। ਇਹ ਉਡਾਨ ਉਸ ਸਮੇਂ ਦੇਸ਼ ਭਰ ਵਿੱਚ ਟਰੈਕ ਕੀਤੀਆਂ ਗਈਆਂ ਸਿਰਫ 2 ਵਿੱਚੋਂ ਇੱਕ ਸੀ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਬਹੁਤ ਸਾਰੇ ਯਾਤਰੀਆਂ ਨੇ ਕਿਹਾ ਕਿ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਉਹ ਯੂਰਪ ਦੇ ਆਪਣੇ ਸਫ਼ਰ ਬਾਰੇ ਅਨਿਸ਼ਚਿਤ ਮਹਿਸੂਸ ਕਰਦੇ ਨੇ। ਇੱਕ ਯਾਤਰੀ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਅੱਜ ਕਰ ਕੀ ਰਹੇ ਹਾਂ, ਬਸ ਤੁਹਾਨੂੰ ਇਸ ਬਾਰੇ ਸੋਚਣਾ ਪਵੇਗਾ। ਯੂਕਰੇਨ ਉੱਤੇ ਹਮਲਾ ਉਹ ਕੀਤਾ ਜਾ ਰਿਹਾ ਹੈ। ਇਹ ਸਿਰਫ ਯੂਕਰੇਨ ਤੇ ਨਹੀਂ ਬਲਕਿ ਪੂਰੀ ਦੁਨੀਆ, ਖਾਸ ਕਰਕੇ ਯੂਰਪ ਨੂੰ ਬੇਚੈਨ ਕਰਦਾ ਹੈ। ਪਹਿਲਾਂ ਫੈਡਰਲ ਸਰਕਾਰ ਨੇ ਯੂਕਰੇਨ ਵਿੱਚ ਕੈਨੇਡੀਅਨਾਂ ਨੂੰ 1 ਫਰਵਰੀ ਨੂੰ ਉਸ ਦੇਸ਼ ਨੂੰ ਛੱਡਣ ਲਈ ਇੱਕ ਜਿਹੜੀ ਸਲਾਹ ਜਾਰੀ ਕੀਤੀ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਯੂਕਰੇਨ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੀ ਸਹਾਇਤਾ ਕਰਨਾ ਮੁਸ਼ਕਿਲ ਹੋਵੇਗਾ ਕਿਉਂਕਿ ਕੌਂਸਲਰ ਸੇਵਾਵਾਂ ਸੰਭਾਵਤ ਤੌਰ ਤੇ ਸੀਮਿਤ ਹੋਣਗੀਆਂ। ਵੀਰਵਾਰ ਨੂੰ ਕੈਨੇਡਾ ਐਮਬੈਸੀ ਬੰਦ ਹੋ ਗਈ ਸੀ ਤੇ ਉਸ ਸਟਾਫ ਨੂੰ ਪੋਲੈਂਡ ਭੇਜ ਦਿੱਤਾ ਗਿਆ ਸੀ। ਯੂਕਰੇਨ ਤੋਂ ਗੁਆਂਢੀ ਯੂਰਪੀਅਨ ਦੇਸ਼ਾਂ ਦੇ ਵਿੱਚ ਜਾਣ ਵਾਲਿਆਂ ਦੇ ਲਈ ਵੀ ਕੋਵਿਡ-19 ਯਾਤਰਾ ਪਾਬੰਦੀਆਂ ਲਾਗੂ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਰੂਸ ਹਮਲੇ ਦੇ ਕਾਰਨ ਕੀ ਹੈ, ਇਸ ਵੇਲੇ ਯੂਕਰੇਨ ਦੇ ਵਿੱਚ ਸਥਿਤੀ ਕਿਵੇਂ ਦੀ ਬਣੀ ਹੈ ਤੇ ਇਹ ਹਮਲੇ ਤੱਕ ਕਿਵੇਂ ਸਾਰੀ ਗੱਲਬਾਤ ਪਹੁੰਚ ਗਈ, ਦੇਖਦੇ ਹਾਂ ਇਸ ਤੇ ਸੀਨੀਅਰ ਪੱਤਰਕਾਰ ਜਸਕਰਨ ਸਹੋਤਾ ਦੀ ਗੱਲ ਅੱਜ ਦੀ। ਅੱਜ 24 ਫਰਵਰੀ ਦਾ ਦਿਨ ਦੁਨੀਆ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਏਗਾ ਕਿ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਜਿਹੜੇ ਵਿਸ਼ਵ ਯੁੱਧਾਂ ਦੀ ਅਸੀਂ ਗੱਲਬਾਤ ਪੜ੍ਹਦੇ ਸੁਣਦੇ ਆਏ ਹਾਂ ਉਹਨੂੰ ਅੱਜ ਅਸੀਂ ਅੱਖੀਂ ਦੇਖ ਰਹੇ ਹਾਂ। ਉਸ ਵਿਸ਼ਵ ਯੁੱਧ ਦਾ ਲਗਭਗ ਉਸ ਵਿਸ਼ਵ ਯੁੱਧ ਦੀ ਸ਼ੁਰੂਆਤ ਲਗਭਗ ਹੋ ਚੁੱਕੀ ਹੈ। ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਰੂਸ ਇਹਨੂੰ ਹਮਲਾ ਨਹੀਂ ਕਹਿ ਰਿਹਾ, ਰੂਸ ਇਹਨੂੰ ਯੁੱਧ ਨਹੀਂ ਕਹਿ ਰਿਹਾ, ਰੂਸ ਇਹਨੂੰ ਮਿਲਟਰੀ ਆਪਰੇਸ਼ਨ ਦਾ ਨਾਂ ਦੇ ਰਿਹਾ ਕਿ ਅਸੀਂ ਯੂਕਰੇਨ ਦੇ ਵਿੱਚ ਮਿਲਟਰੀ ਆਪਰੇਸ਼ਨ ਕਰ ਰਹੇ ਹਾਂ ਕਿਉਂਕਿ ਉੱਥੋਂ ਦੇ ਹਾਲਾਤ ਖਰਾਬ ਨੇ ਤੇ ਸਾਡੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ, ਉਹਨਾਂ ਨੂੰ ਠੀਕ ਠਾਕ ਕਰਨ ਦੇ ਲਈ ਅਸੀਂ ਯੂਕਰੇਨ ਦੇ ਵਿੱਚ ਮਿਲਟਰੀ ਆਪਰੇਸ਼ਨ ਕਰ ਰਹੇ ਹਾਂ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਦੇਸ਼ ਦੇ ਦਿੱਤੇ ਆ, ਸਾਰੀਆਂ ਜਿਹੜੀਆਂ ਉਹਨਾਂ ਦੀਆਂ ਸੈਨਾ ਨੇ, ਹਵਾਈ ਸੈਨਾ, ਥਲ ਸੈਨਾ, ਜਲ ਸੈਨਾ, ਸਾਰੀਆਂ ਨੇ ਆਪਣੇ ਆਪਣੇ ਪੱਧਰ ਦੇ ਉੱਤੇ ਉੱਥੇ ਤਿਆਰੀ ਕਰਕੇ ਹਮਲਾ ਕਰ ਦਿੱਤਾ। ਕਈ ਯੂਕਰੇਨ ਦੇ 에ਅਰਬੇਸ ਤਬਾਹ ਕੀਤੇ ਗਏ ਆ। ਉੱਧਰੋਂ ਯੂਕਰੇਨ ਵੀ ਦਾਅਵਾ ਕਰ ਰਿਹਾ, ਅਜੇ ਤੱਕ ਇਹ ਗਿਣਤੀ ਲਗਾਤਾਰ ਬਦਲ ਰਹੀ ਹੈ ਕਿ ਕਿਹੜੇ ਪਾਸੇ ਦੇ ਕਿੰਨੇ ਫੌਜੀ ਤੇ ਕਿੰਨੇ ਆਮ ਸਧਾਰਨ ਲੋਕ ਮਾਰੇ ਜਾ ਚੁੱਕੇ ਆ। ਕਿਹਾ ਜਾ ਰਿਹਾ ਕਿ ਕੁਝ ਲੜਾਕੂ ਜਿਹੜੇ ਜਹਾਜ਼ ਆ ਉਹਨਾਂ ਨੂੰ ਵੀ ਉਡਾਇਆ ਗਿਆ ਆ। ਹਮਲੇ ਦੇ ਵਿੱਚ ਕਈ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਖਬਰ ਆ ਰਹੀ ਆ। ਬਹੁਤ ਸਾਰੇ ਨਾਗਰਿਕ ਕਈ ਸ਼ਹਿਰਾਂ ਦੇ ਵਿੱਚ ਸਬਵੇ ਦੇ ਵਿੱਚ ਜਾ ਕੇ ਸ਼ਰਨ ਲੈ ਰਹੇ ਆ, ਉੱਥੇ ਬਚ ਰਹੇ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ। ਇੱਕ ਪਾਸੇ ਜਦੋਂ ਯੂਐਨ ਸਿਕਿਉਰਿਟੀ ਕੌਂਸਲ ਦੀ ਨਿਊਯਾਰਕ ਦੇ ਵਿੱਚ ਮੀਟਿੰਗ ਹੋ ਰਹੀ ਆ ਜਿੱਥੇ ਰੂਸ ਦੇ ਰਾਜਦੂਤ ਤੇ ਯੂਕਰੇਨ ਦੇ ਰਾਸ਼ਟਰਪਤੀ ਜਿਹੜੇ ਰਾਜਦੂਤ ਨੇ ਆਮੋ ਸਾਹਮਣੇ ਗੱਲਬਾਤ ਕਰ ਰਹੇ ਆ। ਯੂਕਰੇਨ ਦੇ ਰਾਜਦੂਤ ਸਿੱਧਾ ਪੁੱਛ ਰਿਹਾ ਰੂਸ ਦੇ ਰਾਜਦੂਤ ਨੂੰ, ਉਹਨਾਂ ਦੇ ਡਿਪਲੋਮੈਟ ਨੂੰ, ਕਿ ਤੁਸੀਂ ਕਿਉਂ ਉੱਥੋਂ ਪਿੱਛੋਂ ਨਹੀਂ ਹਟ ਰਹੇ ਤੇ ਸਾਨੂੰ ਕੀ ਗਰੰਟੀ ਹੈ ਕਿ ਤੁਸੀਂ ਹਮਲਾ ਨਹੀਂ ਕਰੋਗੇ। ਜਦੋਂ ਇਹ ਮੀਟਿੰਗ ਚੱਲ ਰਹੀ ਆ ਉਸੇ ਵੇਲੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣੇ ਆਉਂਦੇ ਆ ਤੇ ਆਪਣਾ ਬਿਆਨ ਦੇ ਦਿੰਦੇ ਆ ਤੇ ਜਿਹਦੇ ਤੋਂ ਬਾਅਦ ਐਲਾਨ ਕਰ ਦਿੱਤਾ ਜਾਂਦਾ ਕਿ ਰੂਸ ਦੀਆਂ ਫੌਜਾਂ ਯੂਕਰੇਨ ਦੇ ਵਿੱਚ ਜਾ ਚੁੱਕੀਆਂ। ਕਿਹਾ ਕੀ ਆ, ਇਹ ਸਾਰੇ ਮਾਮਲੇ ਨੂੰ ਸਮਝਣ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਆ ਕਿਉਂਕਿ ਦੋ ਗੱਲਾਂ ਬਹੁਤ ਇੱਥੇ ਹੈਰਾਨੀਜਨਕ ਹੋ ਰਹੀਆਂ। ਪਹਿਲੀ ਗੱਲ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਹਨੂੰ ਯੁੱਧ ਨਹੀਂ ਕਹਿ ਰਹੇ, ਉਹ ਕਹਿ ਰਹੇ ਮਿਲਟਰੀ ਆਪਰੇਸ਼ਨ ਆ। ਦੂਜੇ ਨੰਬਰ ਦੇ ਉੱਤੇ ਉਹ ਇਹ ਕਹਿ ਰਹੇ ਆ ਕਿ ਅਸੀਂ ਯੂਕਰੇਨ ਦੇ ਉੱਤੇ ਕਬਜ਼ਾ ਨਹੀਂ ਕਰਨਾ। ਜੇ ਉਹਨਾਂ ਨੇ ਯੂਕਰੇਨ ਦੇ ਉੱਤੇ ਕਬਜ਼ਾ ਨਹੀਂ ਕਰਨਾ ਤਾਂ ਉੱਥੇ ਫੌਜਾਂ ਕਿਉਂ ਗਈਆਂ। ਤੀਜੀ ਗੱਲ ਹੈਰਾਨੀ ਵਾਲੀ ਇਹ ਆ ਕਿ ਜਿਹਨਾਂ ਦੇਸ਼ਾਂ ਦੇ ਸਿਰ ਤੇ ਯੂਕਰੇਨ ਖੜਾ ਸੀ, ਨਾਟੋ, ਉਹ ਕਿੱਥੇ ਚਲੇ ਗਏ। ਯੂਰਪੀਅਨ ਉਹ ਦੇਸ਼ ਉਹਦਾ ਸਾਥ ਕਿਉਂ ਨਹੀਂ ਦੇ ਰਹੇ। ਘੱਟੋ ਘੱਟ ਬਿਆਨ ਦੇਣ ਤੱਕ ਨਹੀਂ, ਉਹਨਾਂ ਦੀ ਮਿਲਟਰੀ ਕਿੱਥੇ ਆ, ਉਹਨਾਂ ਨੂੰ ਸਪੋਰਟ ਕਿਉਂ ਨਹੀਂ ਕੀਤੀ ਜਾ ਰਹੀ। ਕੀ
ਉਹਨਾਂ ਦਾ ਰੂਸ ਦੇ ਨਾਲ ਕੋਈ ਇਦਾਂ ਦਾ ਲੈਣ ਦੇਣ ਜਾਂ ਖਾਸ ਕਰ ਜਿਹੜੀ ਆਇਲ ਸਪਲਾਈ ਉਹਦਾ ਸੰਬੰਧ ਹੈਗਾ ਵੀ ਰੂਸ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਇਹ ਦੇਸ਼ ਇਧਰਲੇ ਪਾਸੇ ਆਉਂਦੇ ਆ ਤਾਂ ਅਸੀਂ ਇਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਤਾਂ ਇਹਨਾਂ ਦਾ ਸਰਵਾਈਵ ਕਰਨਾ ਵੀ ਨਾ ਯੂਰਪੀਅਨ ਦੇਸ਼ਾਂ ਦਾ ਔਖਾ ਹੋ ਜਾਊਗਾ। ਵਲਾਦੀਮੀਰ ਪੁਤਿਨ ਉਸ ਵੇਲੇ ਜਦੋਂ ਯੂਐਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਚੱਲ ਰਹੀ ਆ ਉਸ ਵੇਲੇ ਸਾਹਮਣੇ ਆ ਕੇ ਕੀ ਕਹਿੰਦੇ ਆ, ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਾਡੇ ਲਈ ਇਹ ਜੀਣ ਮਰਨ ਦਾ ਸਵਾਲ ਆ ਕਿਉਂਕਿ ਯੂਕਰੇਨ ਨੇ ਰੈੱਡ ਲਾਈਨ ਪਾਰ ਕਰ ਦਿੱਤੀ ਆ। ਇੱਥੇ ਸਮਝਣ ਵਾਲੀ ਗੱਲ ਕਿ ਯੂਕਰੇਨ ਨੇ ਰੈੱਡ ਲਾਈਨ ਪਾਰ ਕਰ ਦਿੱਤੀ ਆ, ਇਹ ਵਲਾਦੀਮੀਰ ਪੁਤਿਨ ਕਹਿ ਰਹੇ ਆ। ਕਿਹੜੀ ਰੈੱਡ ਲਾਈਨ ਉਹਨਾਂ ਨੇ ਪਾਰ ਕੀਤੀ ਆ? ਉਹ ਕਹਿੰਦੇ ਇਹ ਨਿਓ ਨਾਜ਼ੀ ਨੂੰ ਸਮਰਥਨ ਕਰ ਰਿਹਾ। ਨਾਜ਼ੀ ਪਾਰਟੀ ਬਾਰੇ ਤੁਸੀਂ ਜਾਣਦੇ ਆ, ਹਿਟਲਰ ਦੇ ਥੱਲੇ ਚੱਲੀ ਸੀ, ਜੋ ਕੁਛ ਉਹਦੇ ਤੋਂ ਬਾਅਦ ਹੋਇਆ ਪੂਰੀ ਦੁਨੀਆ ਜਾਣਦੀ ਆ। ਉਹ ਕਹਿੰਦੇ ਇਹ ਫਿਰ ਨਿਓ ਨਾਜ਼ੀ ਨੂੰ ਸਮਰਥਨ ਕਰ ਰਿਹਾ, ਇਸ ਕਰਕੇ ਅਸੀਂ ਸਪੈਸ਼ਲ ਮਿਲਟਰੀ ਆਪਰੇਸ਼ਨ ਇੱਥੇ ਸ਼ੁਰੂ ਕੀਤਾ ਆ। ਰੂਸ ਨਹੀਂ ਚਾਹੁੰਦਾ ਕਿ ਜਿਹੜੇ ਨੇੜੇ ਦੇ ਲੋਕ ਆ ਉਹ ਯੂਕਰੇਨ ਦੇ ਉੱਤੇ ਕਬਜ਼ਾ ਕਰਨ, ਸਾਨੂੰ ਆਪਣੀ ਉਹ ਕਹਿੰਦੇ ਰੱਖਿਆ ਕਰਨੀ ਆਉਂਦੀ ਹੈ। ਇਹਦਾ ਮਤਲਬ ਇਹ ਆ ਕਿ ਰੂਸ ਇਹ ਕਹਿ ਰਿਹਾ ਕਿ ਅਸੀਂ ਆਪਣੀ ਰੱਖਿਆ ਕਰਨ ਦੇ ਲਈ ਯੂਕਰੇਨ ਦੇ ਉੱਤੇ ਹਮਲਾ ਕੀਤਾ, ਕਿਉਂਕਿ ਯੂਕਰੇਨ ਨੂੰ ਕੁਝ ਲੋਕਾਂ ਨੇ ਆਪਣੀ ਕਠਪੁਤਲੀ ਬਣਾ ਲਿਆ ਤੇ ਹੁਣ ਯੂਕਰੇਨ ਦੇ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ। ਜਦੋਂ ਉਹ ਕਹਿ ਰਹੇ ਆ ਕਿ ਯੂਕਰੇਨ ਨੂੰ ਕੁਝ ਲੋਕਾਂ ਨੇ ਕਠਪੁਤਲੀ ਬਣਾ ਲਿਆ ਤਾਂ ਇੱਥੋਂ ਉਹਨਾਂ ਦਾ ਇਸ਼ਾਰਾ ਸਿੱਧਾ ਅਮਰੀਕਾ ਤੇ ਉਹਦੇ ਸਹਿਯੋਗੀਆਂ ਵੱਲ ਆ। ਪੁਤਿਨ ਨੇ ਆਰੋਪ ਲਾਇਆ ਕਿ ਅਮਰੀਕਾ ਤੇ ਉੱਤੇ ਸਹਿਯੋਗੀ ਤੇ ਇਹਦਾ ਨੇਟੋ ਦਾ ਵਿਸਤਾਰ ਕਰਕੇ ਜਿੱਥੇ ਤੱਕ ਉਹ ਆਉਣਾ ਚਾਹੁੰਦੇ ਉਹਨਾਂ ਨੇ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀਆਂ। ਪਹਿਲਾਂ ਹੀ ਕੁਝ ਦੇਸ਼ ਨੇਟੋ ਦੇ ਮੈਂਬਰ ਬਣ ਚੁੱਕੇ ਆ, ਘੱਟੋ ਘੱਟ 5 ਦੇਸ਼ ਜਿਹੜੇ ਰੂਸ ਦੇ ਬਾਰਡਰ ਦੇ ਨਾਲ ਲੱਗਦੇ ਆ। ਸਭ ਤੋਂ ਵੱਡਾ ਬਾਰਡਰ ਯੂਕਰੇਨ ਦਾ ਆ, 2200 ਕਿਲੋਮੀਟਰ ਦੇ ਕਰੀਬ ਇਹਨਾਂ ਦਾ ਬਾਰਡਰ ਰੂਸ ਦੇ ਨਾਲ ਲੱਗਦਾ। ਜੇ ਯੂਕਰੇਨ ਨੇਟੋ ਦਾ ਮੈਂਬਰ ਬਣ ਜਾਂਦਾ ਤਾਂ ਸਿੱਧਾ ਇਹ ਯੂਰਪੀਅਨ ਦੇਸ਼ ਸਮੇਤ ਅਮਰੀਕਾ ਦੇ ਰੂਸ ਦੇ ਮੁੱਢ ਤੱਕ ਚਲੇ ਜਾਂਦੇ ਆ। ਸਿਰਫ ਕੁਝ ਸੈਂਕੜੇ ਕਿਲੋਮੀਟਰ ਉਹਨਾਂ ਤੋਂ ਫਿਰ ਮਾਸਕੋ ਜਿਹੜੀ ਰੂਸ ਦੀ ਰਾਜਧਾਨੀ ਆ ਉਹ ਦੂਰ ਰਹਿ ਜਾਂਦੀ ਹੈ। ਦੂਜੇ ਪਾਸੇ ਇਸ ਯੁੱਧ ਦਾ ਵਿਰੋਧ ਜਿੱਥੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਿਹਾ, ਰੂਸ ਦੇ ਵਿੱਚ ਵੀ ਇਸ ਯੁੱਧ ਦਾ ਵਿਰੋਧ ਹੋ ਰਿਹਾ, ਐਂਟੀ ਵਾਰ ਪ੍ਰੋਟੈਸਟ ਹੋ ਰਹੇ ਆ ਤੇ ਉਹਨਾਂ ਨੂੰ ਵੀ ਵਲਾਦੀਮੀਰ ਪੁਤਿਨ ਨੇ ਬਹੁਤ ਚੰਗੀ ਤਰ੍ਹਾਂ ਬਿਆਨ ਦੇ ਕੇ ਸਮਝਾ ਦਿੱਤਾ ਕਿ ਤੁਹਾਡੇ ਨਾਲ ਸਖਤੀ ਨਾਲ ਨਜਿੱਠਿਆ ਜਾਊਗਾ, ਨਹੀਂ ਤਾਂ ਇਹ ਜਿਹੜੇ ਐਂਟੀ ਵਾਰ ਪ੍ਰੋਟੈਸਟ ਆ ਇਹਨਾਂ ਨੂੰ ਬੰਦ ਕਰ ਦਿਓ। ਵਲਾਦੀਮੀਰ ਪੁਤਿਨ ਨੇ ਬਿਆਨ ਦੇ ਵਿੱਚ ਅੱਗੇ ਇਹ ਕਿਹਾ ਕਿ ਲੋਕਾਂ ਦੀ ਸੁਰੱਖਿਆ ਕਰਨ ਦੇ ਉਦੇਸ਼ ਨਾਲ ਅਸੀਂ ਇੱਥੇ ਜਾ ਰਹੇ ਹਾਂ ਤੇ ਜਿਹੜਾ ਉੱਥੇ ਨਾਜ਼ੀਵਾਦ ਆ ਉਹਦਾ ਖਾਤਮਾ ਕਰਨਾ ਅਸੀਂ, ਕਿਉਂਕਿ ਰੂਸ ਦੇ ਨਾਗਰਿਕ ਵੀ ਇਹਦੇ ਵਿੱਚ ਸ਼ਾਮਲ ਆ ਉੱਥੇ, ਅਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਆ, ਅਸੀਂ ਯੂਕਰੇਨ ਦੇ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ। ਜਿਹੜੀ ਇੱਕ ਨਾਜ਼ੀ ਵਿਚਾਰਧਾਰਾ ਆ ਉਹਦੇ ਵੱਲ ਸਿੱਧਾ ਇਸ਼ਾਰਾ ਕੀਤਾ ਜਾ ਰਿਹਾ। ਜਰਮਨੀ ਦਾ ਤਾਨਾਸ਼ਾਹ ਹਿਟਲਰ ਦੀ ਵਿਚਾਰਧਾਰਾ ਦੇ ਚੱਲਦੇ ਤੁਹਾਨੂੰ ਪਤਾ ਕਿ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਵਲਾਦੀਮੀਰ ਪੁਤਿਨ ਨੇ ਜਿਹੜੇ ਉੱਥੋਂ ਦੇ ਸੈਨਿਕ ਨੇ, ਯੂਕਰੇਨ ਦੇ ਸੈਨਿਕ ਜਿਹੜੇ ਇਸ ਵੇਲੇ ਰੂਸ ਦੇ ਖਿਲਾਫ ਲੜ ਰਹੇ ਆ, ਉਹਨਾਂ ਨੂੰ ਵੀ ਆਪਣੇ ਬਿਆਨ ਦੇ ਵਿੱਚ ਸੰਬੋਧਿਤ ਉੱਤੇ ਕਿਹਾ। ਉਹ ਕਹਿੰਦਾ ਮੈਂ ਯੂਕਰੇਨੀ ਸੈਨਿਕਾਂ ਨੂੰ ਇਹ ਕਹਿ ਰਿਹਾ ਕਿ ਤੁਹਾਡੇ ਵੱਡ ਵਡੇਰੇ, ਤੁਹਾਡੇ ਬਜ਼ੁਰਗ, ਤੁਹਾਡੇ ਪੂਰਵਜ ਨਾਜ਼ੀਆਂ ਦੇ ਖਿਲਾਫ ਲੜੇ ਸੀ ਤੇ ਹੁਣ ਤੁਸੀਂ ਵੀ ਨਾਜ਼ੀਆਂ ਦੇ ਖਿਲਾਫ ਲੜੋ ਤੇ ਸਾਡੇ ਖਿਲਾਫ ਲੜਨ ਦੀ ਬਜਾਏ ਤੁਸੀਂ ਹਥਿਆਰ ਛੱਡ ਕੇ ਘਰਾਂ ਨੂੰ ਵਾਪਸ ਚਲੇ ਜਾਓ ਤੇ ਆਪਣੇ ਇਤਿਹਾਸ ਨੂੰ ਨਾ ਭੁੱਲੋ, ਕਿਸੇ ਦੇ ਹੱਥਾਂ ਦੀ ਕਠਪੁਤਲੀ ਨਾ ਬਣੋ। ਫਿਲਹਾਲ ਇੱਥੇ ਰੁਕਦੇ ਹਾਂ ਕਿ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੋਣੇ ਆ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਗੱਲ ਕਰਦੇ ਹਾਂ ਕੋਵੀਫੈਂਸ ਵੈਕਸੀਨ ਦੀ, ਜਿਸ ਨੂੰ ਕਿ ਹੈਲਥ ਕੈਨੇਡਾ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਿਹੜੀ ਕੋਵੀਫੈਂਸ ਵੈਕਸੀਨ ਹੈਗੀ ਹੈ, ਇਸ ਦੀ ਦਸੰਬਰ ਦੇ ਵਿੱਚ ਇਸ ਨੂੰ ਅਪਰੂਵਲ ਲਈ ਭੇਜਿਆ ਗਿਆ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਚੁੱਕੀ ਹੈ। ਪਲਾਂਟ ਬੇਸਡ ਇਹ ਵੈਕਸੀਨ ਕਹੀ ਜਾ ਰਹੀ ਹੈ, ਜਿਸ ਨੂੰ 21 ਦਿਨਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਫਰਕ ਦੇ ਨਾਲ ਕਿਸੇ ਵੀ ਵਿਅਕਤੀ ਨੂੰ, ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਜਿੰਨੇ ਹੁਣ ਤੱਕ ਟਰਾਇਲ ਹੋਏ ਨੇ ਉਹ ਸਾਰੇ ਵਧੀਆ ਨਿਕਲੇ ਨੇ, ਇਸੇ ਕਰਕੇ ਹੈਲਥ ਕੈਨੇਡਾ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 18 ਤੋਂ ਲੈ ਕੇ 64 ਸਾਲ ਤੱਕ ਦੇ ਜਿਹੜੇ ਉਮਰ ਦੇ ਵਿਅਕਤੀ ਹੈਗੇ ਨੇ ਉਹ ਇਸ ਦਵਾਈ ਨੂੰ ਸੁਰੱਖਿਅਤ ਤਰੀਕੇ ਨਾਲ ਲੈ ਸਕਦੇ ਨੇ। ਆਓ ਹੋਰ ਜਾਣਦੇ ਹਾਂ ਇਸ ਮੈਡੀਸਿਨ ਬਾਰੇ। ਹੈਲਥ ਕੈਨੇਡਾ ਨੇ ਕੈਨੇਡਾ ਵਿੱਚ ਬਣੀ ਪਹਿਲੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਹੈਲਥ ਕੈਨੇਡਾ ਨੇ ਮਨੁੱਖੀ ਵਰਤੋਂ ਲਈ ਦੁਨੀਆ ਦੀ ਪਹਿਲੀ ਪਲਾਂਟ ਆਧਾਰਿਤ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਵੀਫੈਂਸ ਨੂੰ ਬ੍ਰਿਟਿਸ਼ ਅਮਰੀਕਨ ਫਾਰਮਾਸਿਊਟੀਕਲ ਕੰਪਨੀ GlaxoSmithKline ਦੇ ਨਾਲ ਕਿਊਬਿਕ ਆਧਾਰਿਤ ਬਾਇਓਟੈਕ ਕੰਪਨੀ ਮੈਰੀਕਾਗੋ ਦੁਆਰਾ ਵਿਕਸਿਤ ਕੀਤਾ ਗਿਆ ਸੀ ਤੇ ਇਸ ਨੂੰ 18 ਤੋਂ 64 ਸਾਲ ਦੀ ਉਮਰ ਦੇ ਬਾਲਗਾਂ ਵਿੱਚ ਵਰਤਣ ਦੀ ਇਜਾਜ਼ਤ ਹੈ। ਹੈਲਥ ਕੈਨੇਡਾ ਵੈਕਸੀਨ ਦੀਆਂ 2 ਖੁਰਾਕਾਂ 21 ਦਿਨਾਂ ਦੇ ਅੰਤਰ ਤੇ ਦੇਣ ਦੀ ਸਿਫਾਰਿਸ਼ ਕਰ ਰਿਹਾ ਹੈ। ਕਲੀਨਿਕਲ ਅਜਮਾਇਸ਼ਾਂ ਦੇ ਵਿੱਚ ਇਹ ਟੀਕਾ ਲੋਕਾਂ ਨੂੰ ਕੋਵਿਡ-19 ਦੇ ਗੰਭੀਰ ਪ੍ਰਭਾਵਾਂ ਤੋਂ ਬਚਾਉਣ ਦੇ ਲਈ 71% ਪ੍ਰਭਾਵਸ਼ਾਲੀ ਦਿਖਾਇਆ ਗਿਆ ਸੀ, ਜਦੋਂ ਕਿ ਕੰਪਨੀ ਨੇ ਕਿਹਾ ਹੈ ਕਿ ਡੈਲਟਾ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ੀਲਤਾ ਦਰ ਸਿਰਫ 75% ਤੋਂ ਵੱਧ ਹੋ ਗਈ ਹੈ।
ਮਾਰਚ 2021 ਦੇ ਵਿੱਚ ਸ਼ੁਰੂ ਹੋਏ ਅਧਿਐਨ ਦੌਰਾਨ ਓਮਿਕਰੌਨ ਵੇਰੀਐਂਟ ਪ੍ਰਸਾਰਿਤ ਨਹੀਂ ਹੋ ਰਿਹਾ ਸੀ। ਦਵਾਈ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਜਮਾਇਸ਼ ਦੌਰਾਨ ਵੈਕਸੀਨ ਸਮੂਹ ਦੇ ਵਿੱਚ ਕੋਈ ਗੰਭੀਰ ਪ੍ਰਤੀਕੂਲ ਪ੍ਰਤੀਕਰਮ ਨਹੀਂ ਦੱਸੇ ਗਏ ਸਨ। ਹੈਲਥ ਕੈਨੇਡਾ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਖੁਰਾਕ ਲੈਣ ਤੋਂ ਬਾਅਦ ਕੁਝ ਘੰਟਿਆਂ ਤੱਕ ਕੁਝ ਦਰਦ, ਠੰਡ ਲੱਗਣਾ, ਹਲਕਾ ਬੁਖਾਰ ਤੇ ਜੋੜਾਂ ਦੇ ਵਿੱਚ ਦਰਦ ਵਰਗੇ ਅਸਥਾਈ ਮਾੜੇ ਪ੍ਰਭਾਵ ਜਿਹੜੇ ਨੇ ਉਹ ਸੰਭਵ ਨੇ। ਮੈਰੀਕਾਗੋ ਦਾ ਕਹਿਣਾ ਹੈ ਕਿ ਇਸ ਦੀ ਵੈਕਸੀਨ ਦੇ ਵਿੱਚ ਕੋਈ ਲਾਈਵ ਵਾਇਰਸ, ਐਗ ਪ੍ਰੋਟੀਨ, ਪ੍ਰੀਜ਼ਰਵੇਟਿਵ ਜਾਂ ਮਨੁੱਖ ਦੁਆਰਾ ਪ੍ਰਾਪਤ ਸਮੱਗਰੀ ਸ਼ਾਮਿਲ ਨਹੀਂ ਹੈ। ਇਸ ਦੀ ਬਜਾਏ ਇਸਨੇ ਮੇਜ਼ਬਾਨ ਦੇ ਤੌਰ ਤੇ ਜੀਵਤ ਪੌਦਿਆਂ ਦੇ ਨਾਲ ਵਾਇਰਸ ਦੇ ਜੈਨੇਟਿਕ ਕ੍ਰਮ ਨੂੰ ਸ਼ਾਮਿਲ ਕਰਦੇ ਹੋਏ ਰੀਕੰਬੀਨੇਟ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਨਤੀਜੇ ਵਜੋਂ ਵਾਇਰਸ ਵਰਗੇ ਕਣ ਵਾਇਰਸ ਦੀ ਸ਼ਕਲ ਤੇ ਮਾਪਾਂ ਦੀ ਨਕਲ ਕਰਦੇ ਨੇ, ਜੋ ਸਰੀਰ ਨੂੰ ਉਹਨਾਂ ਨੂੰ ਪਛਾਣਨ ਤੇ ਇੱਕ ਇਮਿਊਨ ਪ੍ਰਤੀਕਿਰਿਆ ਨੂੰ ਸਪਾਰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਮਾਡਰਨਾ, ਫਾਈਜ਼ਰ, ਬਾਇਓਐਨਟੈਕ, ਐਸਟਰਾਜ਼ੈਨੇਕਾ, ਜੌਨਸਨ ਤੇ ਨੋਵਾਵੈਕਸ ਦੇ ਨਾਲ ਜੁੜ ਕੇ ਕੈਨੇਡਾ ਵਿੱਚ ਕੋਵਿਡ-19 ਦੇ ਇਲਾਜ ਲਈ ਪ੍ਰਵਾਨਿਤ 6ਵਾਂ ਟੀਕਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਜਕੱਲ੍ਹ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਉਹ ਇਸ ਦੇ ਕਾਰਨ ਲੱਭਣ ਦੀ ਥਾਂ ਇਸ ਦਾ ਇੱਕੋ ਵਿਕਲਪ ਲੱਭਦੇ ਨੇ, ਉਹ ਨੇ ਨੀਂਦ ਦੀ ਗੋਲੀ। ਨੀਂਦ ਦੀਆਂ ਕੁਝ ਗੋਲੀਆਂ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ, ਖਾਸ ਕਰਕੇ ਨੌਜਵਾਨਾਂ ਦੇ ਵੱਲੋਂ ਇਹ ਇੱਕ ਟ੍ਰੈਂਡ ਜਿਹਾ ਚੱਲ ਗਿਆ ਕਿ ਹਰ ਸਮੇਂ ਉਹ ਨੀਂਦ ਦੀਆਂ ਗੋਲੀਆਂ ਦਾ ਇਸਤੇਮਾਲ ਜਿਹੜਾ ਉਹ ਕਰਦੇ ਨੇ। ਇਸ ਦੇ ਕੀ ਇਫੈਕਟ ਹੋ ਸਕਦੇ ਨੇ, ਕਿਹੜੀ ਨੀਂਦ ਦੀ ਦਵਾਈ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ, ਉਹ ਸੁਣਦੇ ਹਾਂ ਜਸਕਰਨ ਸੋਤਾ ਦੀ ਖਾਸ ਗੱਲਬਾਤ ਜਿਹੜੀ ਕਿ ਡਾਕਟਰ ਪ੍ਰਗਟ ਸਿੰਘ ਪੁਰਜੀ ਨਾਲ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਬਹੁਤੀਆਂ ਦਵਾਈਆਂ ਡਾਕਟਰ ਪ੍ਰਸਕ੍ਰਾਈਬ ਕਰਦੇ ਆ, ਉਹ ਪਰਚੀ ਲਿਜਾ ਕੇ ਫਾਰਮੇਸੀ ਤੇ ਦੇਣੀ ਪੈਂਦੀ ਹੈ ਤੇ ਫਿਰ ਉਹ ਦਵਾਈ ਮਿਲਦੀ ਆ। ਬਹੁਤ ਸਾਰੀਆਂ ਦਵਾਈਆਂ ਇਹੋ ਜਿਹੀਆਂ ਆ ਜਿਹੜੀਆਂ ਕਾਊਂਟਰ ਦੇ ਉੱਤੇ ਪਈਆਂ ਹੁੰਦੀਆਂ, ਤੁਹਾਨੂੰ ਕਿਸੇ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੀ ਲੋੜ ਨਹੀਂ, ਤੁਸੀਂ ਜਾ ਕੇ ਵੈਸੇ ਹੀ ਲੈ ਸਕਦੇ ਹੋ। ਇੱਕ ਦਵਾਈ ਮੈਲਾਟੋਨਿਨ ਨਸ਼ਾ ਆ ਕੀ ਆ ਪਤਾ ਨਹੀਂ, ਪਰ ਜਿਹਨੂੰ ਨੀਂਦ ਨਹੀਂ ਆਉਂਦੀ ਉਹ ਬੰਦਾ ਜੇ ਇਹ ਲੈ ਲਵੇ ਤਾਂ ਉਹ ਘੂਕ ਸੌਂ ਜਾਂਦਾ। ਇਸ ਦਵਾਈ ਦੀ ਦੁਰਵਰਤੋਂ ਬਹੁਤ ਵੱਧ ਰਹੀ ਹੈ। ਇਸ ਤਰ੍ਹਾਂ ਦੀਆਂ ਕੁਝ ਖਬਰਾਂ ਆ ਰਹੀਆਂ ਕਿ ਲੋਕਾਂ ਨੇ ਮੈਲਾਟੋਨਿਨ ਦੀ ਵਰਤੋਂ ਜ਼ਿਆਦਾ ਕਰ ਦਿੱਤੀ ਹੈ ਪਿਛਲੇ ਸਮੇਂ ਦੇ ਵਿੱਚ। ਓਵਰ ਦਾ ਕਾਊਂਟਰ ਮਿਲ ਜਾਂਦੀ ਹੈ, ਭਾਵ ਪਈ ਆ, ਤੁਸੀਂ ਚੱਕ ਕੇ ਲਿਆ ਸਕਦੇ ਆ, ਕਿਸੇ ਡਾਕਟਰ ਦੀ ਰეკਮੈਂਡੇਸ਼ਨ ਦੀ ਲੋੜ ਨਹੀਂ ਆ। ਇਹ ਕਿਉਂ ਲੋਕ ਲੈਂਦੇ ਆ, ਕਿਉਂ ਇਹਦੀ ਵਰਤੋਂ ਵੱਧ ਗਈ ਆ? ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣ ਨਾਲ ਗੱਲਬਾਤ ਕਰਦੇ ਆ। ਡਾਕਟਰ ਸਾਹਿਬ, ਇੱਕ ਖਬਰ ਆ ਰਹੀ ਹੈ ਕਿ ਇਹਦੀ ਵਰਤੋਂ ਮੈਲਾਟੋਨਿਨ ਦੀ ਬਹੁਤ ਵੱਧ ਰਹੀ। ਪਹਿਲਾਂ ਦੱਸਿਓ, ਇਹ ਹੈ ਕੀ ਕੋਈ ਕੈਮੀਕਲ ਆ, ਕੋਈ ਕੀ ਤੇ ਇਹ ਨੁਕਸਾਨ ਕਰਦਾ ਜ਼ਿਆਦਾ ਲੈਣਾ? ਬਹੁਤ ਸੋਹਣਾ, ਔਰ ਤੁਹਾਡਾ ਇਹ ਜਿਹੜਾ ਹੈਗਾ ਸੈਗਮੈਂਟ ਲੋਕਾਂ ਦੇ ਲਈ ਬਹੁਤ ਲਾਭਦਾਈ ਹੋਵੇਗਾ। ਨੀਂਦ ਸਾਰਿਆਂ ਨੂੰ ਚਾਹੀਦੀ ਹੈ, ਔਰ ਅਸੀਂ ਚਾਹੁੰਦੇ ਹਾਂ ਵੀ ਸਾਡੀ ਨੀਂਦ ਐਨ ਦਰੁਸਤ ਹੋਏ, ਵੀ ਸਵੇਰੇ ਅਸੀਂ ਫਰੈਸ਼ ਹੋਈਏ, ਪੂਰਾ ਦਿਨ ਅਸੀਂ ਆਪਣੇ ਕੰਮ ਦੇ ਵਿੱਚ ਕਨਸਨਟਰੇਟ ਕਰੀਏ। ਸੋ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਇੱਕ ਕੈਮੀਕਲ ਬਣਾਉਂਦਾ, ਉਹਦਾ ਨਾਂ ਹੀ ਮੈਲਾਟੋਨਿਨ ਹੈ ਐਕਚੁਅਲੀ। ਅਤੇ ਸਾਡੇ ਜਿਹੜਾ ਬ੍ਰੇਨ ਦੇ ਵਿੱਚ ਪਿਟਿਊਟਰੀ ਗਲੈਂਡ ਹੈ, ਜਿੱਥੋਂ ਹਾਰਮੋਨ ਬਣਦੇ, ਉਹਦੇ ਨਾਲ ਇੱਕ ਛੋਟਾ ਜਿਹਾ ਮਟਰ ਦੇ ਦਾਣੇ ਜਿੰਨਾ ਪੀਸ ਹੈ, ਉਹਨੂੰ ਕਹਿੰਦੇ ਪੀਨੀਅਲ, PINEL ਗਲੈਂਡ, ਉੱਥੋਂ ਸਾਰਿਆਂ ਦਾ ਮੈਲਾਟੋਨਿਨ ਬਣਦਾ। ਹੁਣ ਤੁਸੀਂ ਦੇਖੋ ਬੱਚਿਆਂ ਦੇ ਵਿੱਚ, ਮੈਂ ਬੱਚਿਆਂ ਦਾ ਡਾਕਟਰ, ਮੈਂ ਬਹੁਤ ਸਲੀਪ ਦੀ ਇਸ਼ੂ ਹੁੰਦੇ ਨੇ, ਸ਼ਾਮੀ ਬੱਚੇ ਸੌਂ ਜਾਂਦੇ ਆ, ਸਵੇਰੇ ਸਕੂਲਾਂ 'ਚ ਚਲੇ ਜਾਂਦੇ ਆ, ਜਾਂ ਆਪਾਂ ਜਦੋਂ ਵੱਡੇ ਹੁੰਦੇ ਆ ਆਪਣੇ ਕੰਮਾਂ-ਕਾਰਾਂ 'ਚ, ਕਾਲਜ, ਯੂਨੀਵਰਸਿਟੀ। ਹੁਣ ਮੈਲਾਟੋਨਿਨ ਜਦੋਂ ਅਮਰੀਕਾ, ਕੈਨੇਡਾ 'ਚ ਲਾਇਸੈਂਸ ਹੋਇਆ, ਅੱਜ ਤੋਂ ਕਰੀਬਨ 25-28 ਸਾਲ ਪਹਿਲੋਂ, ਇਹਨੂੰ ਇੱਕ ਫੂਡ ਆਈਟਮ ਦੀ ਜਗ੍ਹਾ 'ਚ ਉਹਨਾਂ ਨੇ ਮਾਨਤਾ ਦੇ ਦਿੱਤੀ ਵੀ ਚੱਲ ਵੀ ਠੀਕ ਹੈ, ਕਿਸੇ ਨੂੰ ਕਦੀ ਕਦੀ ਨੀਂਦ ਨਹੀਂ ਆਉਂਦੀ ਤੇ ਲੈ ਲਿਆ ਕਰੇ। ਹੁਣ ਜਿਹੜੇ ਅੰਕੜੇ ਨਾ 20 ਸਾਲ ਪਹਿਲੋਂ ਸੀ, 1999 ਦੇ, ਉਹ ਦੱਸਦੇ ਸੀ ਵੀ ਕਰੀਬਨ 0.4%, ਵੀ 1000 ਪਿੱਛੇ ਕੁਛ 4 ਲੋਕੀ ਯੂਜ਼ ਕਰਦੇ ਸੀ ਅਮਰੀਕਾ, ਕੈਨੇਡਾ 'ਚ। ਫਿਰ 2010 'ਚ ਇਹਦੀ ਜਿਹੜੀ ਮਾਤਰਾ ਉਹ 1.1 ਹੋ ਗਈ, ਵੀ 11 ਲੋਕੀ 1000 ਤੋਂ ਕਰਨ ਲੱਗੇ। ਲੇਕਿਨ 2019 'ਚ ਪ੍ਰੀ ਕੋਵਿਡ ਤੋਂ ਕਹਿ ਰਿਹਾ, ਅਜੇ ਕੋਵਿਡ ਤੋਂ ਬਾਅਦ ਤਾਂ ਮੈਨੂੰ ਲੱਗਦਾ ਨੰਬਰ ਹੋਰ ਜ਼ਿਆਦਾ ਹੋਣਗੇ, ਉਦੋਂ ਡੇਟਾ ਆਇਆ, ਹੁਣ ਸਟੱਡੀ ਪਬਲਿਸ਼ ਹੋਈ ਆ ਵੀ 2.1%, ਮੀਨਸ 1000 ਦੇ ਵਿੱਚੋਂ 21-22 ਲੋਕੀ ਇਹ ਲੈ ਰਹੇ ਆ। ਸੋ ਇਹਦੀ ਦਰ 4 ਗੁਣਾ ਜ਼ਿਆਦਾ ਵੱਧ ਗਈ ਪਿਛਲੇ 20 ਸਾਲ 'ਚ। ਇਹ ਸਸਤੀ ਆ, ਤੁਸੀਂ ਜਿੱਦਾਂ ਜ਼ਿਕਰ ਕੀਤਾ ਵੀ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਆ। ਲੋਕਾਂ ਨੂੰ ਇਹਦੀ ਡੋਸਿੰਗ ਬਾਰੇ ਨਹੀਂ ਪਤਾ। 1 ਤੋਂ 3 ਮਿਲੀਗ੍ਰਾਮ ਦੇ ਵਿੱਚ ਵੀ ਬਹੁਤ ਅੱਛੀ ਨੀਂਦ ਆ ਸਕਦੀ ਆ। ਲੋਕ ਕਹਿੰਦੇ ਨਹੀਂ 5 ਮਿਲੀਗ੍ਰਾਮ ਲਈਏ, 10 ਲਈਏ, 25 ਲਾਈਏ, ਹੋਰ ਗੂੜੀ ਨੀਂਦ ਆਊਗੀ। ਹੁਣ ਪੰਗਾ ਇਹ ਹੈਗਾ ਵੀ ਜਿੰਨੀ ਜ਼ਿਆਦਾ ਆਪਾਂ ਲਵਾਂਗੇ ਇਹਦੇ ਸਾਈਡ ਇਫੈਕਟ ਵੀ ਹੋਣਗੇ। ਔਰ ਜਿਹੜਾ ਸੌਦਾ ਤੁਹਾਨੂੰ ਸਟੋਰ ਤੋਂ ਮਿਲ ਰਿਹਾ ਓਵਰ ਦਾ ਕਾਊਂਟਰ, ਉਹਦੀ ਵੀ ਸਟੱਡੀ ਕੀਤੀ ਸੀ। ਜਦੋਂ ਇਹ ਸਟੱਡੀ ਕੀਤੀ ਨਾ ਡਾਕਟਰਾਂ ਨੇ, ਅਮਰੀਕਾ ਕੈਨੇਡੀਅਨ ਵਾਲਿਆਂ ਨੇ, ਉਹਨਾਂ ਨੇ ਦੇਖਿਆ ਵੀ ਕੋਈ ਗਰੰਟੀ ਨਹੀਂ ਹੁੰਦੀ। ਅਗਰ ਲਿਸਟਡ ਹੈ 5 ਮਿਲੀਗ੍ਰਾਮ, ਹੋ ਸਕਦਾ ਉਹਦੇ ਵਿੱਚ 8 ਮਿਲੀਗ੍ਰਾਮ ਹੋਵੇ। ਇਹਨੂੰ ਕੋਈ ਚੈੱਕ ਨਹੀਂ ਕਰਦਾ? ਜਿੱਦਾਂ ਇੱਕ ਵਾਰੀ ਮਾਨਤਾ ਦੇ ਦਿੰਦੀ ਐ, ਫੂਡ ਆਈਟਮ ਹੈ ਨਾ। ਹੁਣ ਫੂਡ ਆਈਟਮ ਹੈ, ਜਿੱਦਾਂ ਸਮਝੋ ਹੁਣ ਬਰਫੀ ਬਣ ਰਹੀ ਹੈ ਨਾ, ਉਹਦੇ 'ਚ ਖੋਇਆ ਕਿੰਨਾ ਪਾਇਆ, ਮਿੱਠਾ ਕਿੰਨਾ ਪਾਇਆ, ਇੱਦਾਂ ਕਿੰਤੂ ਪਰੰਤੂ ਆਪਾਂ ਮੀਟਰ ਪਾ ਕੇ ਦੇਖ ਨਹੀਂ ਸਕਦੇ। ਤੁਹਾਨੂੰ ਮਿੱਠੀ ਲੱਗਦੀ ਖਾ ਲਓ, ਨਹੀਂ ਮਿੱਠੀ ਲੱਗਦੀ ਨਾ ਖਾਓ, ਹੈ ਨਾ। ਪਰ ਇਹ ਹੈ ਕੈਮੀਕਲ ਆ, ਹੈ ਤੇ ਦਵਾਈ ਆ। ਸੋ ਇਸ ਲਈ ਮੈਂ ਕਹਿੰਦਾ ਵੀ ਇਹ ਦਵਾਈ ਆਪਾਂ ਆਪਣੇ ਸਰੀਰ 'ਚ ਪਾਈ ਜਾ ਰਹੇ ਹਾਂ।
ਦੋ ਕੰਡੀਸ਼ਨ 'ਚ ਬਹੁਤ ਵਧੀਆ ਕੰਮ ਕਰਦੀ ਆ। ਇੱਕ ਹੈਗੀ ਜੈਟ ਲੈਗ, ਜਿੱਦਾਂ ਆਪਾਂ ਹੁਣ ਇੰਡੀਆ ਜਾਂਦੇ 12 ਘੰਟੇ ਦਾ ਫਰਕ ਹੈ, ਆਈਏ ਤੇ ਅਸੀਂ ਐਨ ਉੱਲੂਆਂ ਵਾਂਗਰ ਜਾਗ ਰਹੇ ਹੁੰਦੇ ਜਦੋਂ ਸਾਡਾ ਪਰਿਵਾਰ ਸੁੱਤਾ ਹੁੰਦਾ ਨਾ, ਕਿਉਂਕਿ ਇੰਡੀਆ ਟਾਈਮ ਤੇ ਹੁੰਦੇ ਆ, ਉਦੋਂ ਇਹ ਕੰਮ ਜ਼ਰੂਰ ਕਰਦੀ ਆ। ਜਾਂ ਫਿਰ ਜਿਹੜੇ ਸ਼ਿਫਟ ਵਰਕ ਕਰਦੇ ਆ, ਵੀ ਕਿਸੇ ਦੇ ਦਿਨ ਦਾ ਟਾਈਮ ਹੈ, ਕਿਸੇ ਦਾ ਰਾਤ ਦੀ ਟਾਈਮ ਸ਼ਿਫਟ ਆ, ਅਗਰ ਉਹਦੀ ਰਾਤ ਦੀ ਸ਼ਿਫਟ ਆਈ, ਦਿਨੇ ਨੀਂਦ ਨਹੀਂ ਆ ਰਹੀ, ਤਾਂ ਉਹ ਮੈਲਾਟੋਨਿਨ ਲੈਂਦਾ ਤੇ ਮਤਲਬ ਰਾਤ ਨੂੰ ਵੀ ਨੀਂਦ ਉਹਨੂੰ ਸੁਰਖਰੂ ਆਊਗੀ, ਨਹੀਂ ਤਾਂ ਰਾਤ ਨੂੰ ਜਾਗੂਗਾ। ਜਿਹੜੀ ਸਲੀਪ ਡਿਸਆਰਡਰ ਆ, ਹੈਲਥ ਕੈਨੇਡਾ ਦੱਸ ਰਹੀ ਵੀ 13% ਕੈਨੇਡੀਅਨ ਨੇ ਰਿਪੋਰਟ ਕੀਤਾ ਵੀ ਸਾਨੂੰ ਸਲੀਪ ਦੀ ਪ੍ਰੋਬਲਮ ਹੈਗੀ ਆ। ਇਹ ਤਾਂ ਉਹ ਬੰਦੇ ਜਿਹਨੇ ਰਿਪੋਰਟ ਕੀਤਾ। ਮੇਰੇ ਹਿਸਾਬ ਨਾਲ ਸਲੀਪ ਪ੍ਰੋਬਲਮ 20-25% ਹੋ ਗਈ। ਹਰ ਚੌਥਾ ਬੰਦਾ, ਪੰਜਵਾਂ ਬੰਦਾ ਜਾਂ ਲੇਡੀ ਉਹਨੂੰ ਸਲੀਪ ਪ੍ਰੋਬਲਮ ਹੋ ਸਕਦੀ ਹੈ। ਸੋ ਸਾਨੂੰ ਸਲੀਪ ਦੇ ਤਹਿ ਤੱਕ ਜਾਣਾ ਚਾਹੀਦਾ ਵੀ ਇੱਕ ਸਲੀਪ ਪ੍ਰੋਬਲਮ ਹੋ ਕਿਉਂ ਰਹੀ ਆ। ਉਹਦਾ ਇੱਕ ਹੁੰਦਾ ਫਿਜ਼ੀਕਲ, ਜਿਹਨੂੰ ਕਹਿੰਦੇ ਆਬਸਟਰਕਟਿਵ ਸਲੀਪ ਐਪਨੀਆ, ਵੀ ਜਦੋਂ ਸੌਂਦੇ ਹਾਂ ਸਾਡੀ ਜ਼ੁਬਾਨ ਸਾਡੇ ਸਾਹ ਵਾਲੀ ਨਾਲੀ 'ਚ ਡਿੱਗ ਜਾਂਦੀ ਹੈ, ਸਾਹ ਨਹੀਂ ਆਉਂਦਾ, ਸਾਡਾ ਜਿਹੜਾ ਸਰੀਰ ਆ ਉਹ ਜਾਗਦਾ, ਪਾਸਾ ਪਲਟਦੇ ਆ, ਨੀਂਦ ਖਿੰਡ ਵੀ ਹੁੰਦੀ ਆ, ਫਿਰ ਘੜਾਲੇ ਮਾਰ ਕੇ ਸੌਣ ਲੱਗ ਪੈਂਦੇ, ਕੁਛ ਘੰਟੇ ਬਾਅਦ ਉੱਠੀ ਜਾਂਦੇ ਆ। ਦਿਨੇ ਘੂਕ ਨੀਂਦ ਆਉਣ ਨੂੰ ਫਿਰਦੀ ਆ, ਜਦੋਂ ਸਟੀਅਰਿੰਗ ਫੜੀ ਦਾ ਕਾਰ ਉਦੋਂ ਝੋਕਾ ਪੈਂਦਾ। ਦੂਜਾ ਜਿਹੜੀ ਮਾਨਸਿਕਤਾ ਆ ਵੀ ਸਟ੍ਰੈਸ ਲੈਵਲ ਵੱਧ ਗਿਆ, ਐਂਗਜ਼ਾਈਟੀ ਆ, ਡਿਪਰੈਸ਼ਨ ਆ, ਬੱਚਿਆਂ 'ਚ ਮੈਂ ਇਹ ਨਹੀਂ ਦੇਖਦਾ, ਕਿਉਂਕਿ ਬੱਚਿਆਂ 'ਚ ਮਾਨਸਿਕਤਾ ਜਿਹੜੀ ਹੈਗੀ ਆ ਉਹ ਨਹੀਂ ਹੈ, ਕਿਉਂਕਿ ਆਪਾਂ ਰੋਟੀ ਕਮਾਉਣੀ ਆ, ਜੌਬ ਆ, ਬੌਸ ਜਿਹੜਾ ਹੈਗਾ ਉਹ ਤੰਗ ਕਰਦਾ। ਮੰਡੇ ਮਾਰਨਿੰਗ ਲੋਕੀ ਉੱਦਾਂ ਹੀ ਦੁਖੀ ਹੋਏ ਹੁੰਦੇ, ਵੀਕਐਂਡ ਤੋਂ ਬਾਅਦ ਵੀ ਸਵੇਰੇ ਜਾ ਕੇ ਹੁਣ ਖੱਪ ਖਪਾਈ ਕਰਨੀ ਪੈਣੀ ਆ। ਡਾਕਟਰ ਸਾਹਿਬ, ਬੱਚਿਆਂ 'ਚ ਤੁਸੀਂ ਇਹ ਦਵਾਈ ਦਿੰਦੇ ਆ ਬੱਚਿਆਂ ਨੂੰ ਨੀਂਦ ਆਉਣ ਲਈ? ਦੇਖੋ, ਮੈਂ ਸਾਲ 'ਚ 1 ਜਾਂ 2 ਪ੍ਰਿਸਕ੍ਰਿਪਸ਼ਨ ਲਿਖਦਾ, ਔਰ ਉਹ ਲਿਕੁਇਡ ਬਣਾਉਣੀ ਪੈਂਦੀ, ਕਿਉਂਕਿ ਮੈਲਾਟੋਨਿਨ ਗੋਲੀ ਦੇ ਵਿੱਚ ਮਿਲਦੀ ਹੈ ਬਾਹਰ, ਹੈ ਨਾ। ਉਹ ਬੱਚਿਆਂ ਵਾਸਤੇ ਬਣਾਉਂਦੇ ਆ ਜਿਹੜੇ ਬੱਚਿਆਂ ਦੀ ਬ੍ਰੇਨ ਡਿਵੈਲਪਮੈਂਟ ਠੀਕ ਨਹੀਂ ਆ, ਜਾਂ ਸਮਝੋ ਕੋਈ ਬੱਚਾ 3-4 ਸਾਲ 'ਚ ਮਸਾ ਤੁਰ ਰਿਹਾ ਔਰ ਉਹਦਾ ਡਿਵੈਲਪਮੈਂਟਲ ਡਿਲੇ ਆ, ਤੇ ਰਾਤ ਨੂੰ ਉੱਠ ਕੇ ਚੀਕਾ ਮਾਰੀ ਜਾਂਦਾ, ਸੌਂਦਾ ਨਹੀਂ ਆ, ਤੇ ਮਾਂ-ਬਾਪ ਵੀ ਦੁਖੀ ਆ, ਤਾਂ ਦੇਈਦੀ ਆ। ਔਰ ਉਹਦੇ 'ਚ ਸਾਨੂੰ ਸਟੱਡੀ 'ਚ ਆਇਆ ਸੀ ਵੀ ਉਹਨਾਂ ਦੇ ਜਿਹੜੇ ਹੋਰ ਹਾਰਮੋਨਸ ਆ ਔਰ ਮੈਲਾਟੋਨਿਨ ਥੋੜ੍ਹੇ ਘੱਟ ਬਣਦੇ ਆ, ਕਿਉਂਕਿ ਉਹਨਾਂ ਦੀ ਬ੍ਰੇਨ ਦੀ ਪੂਰਾ ਵਿਕਾਸ ਨਹੀਂ ਹੋਇਆ। ਸੋ ਉਹਦੇ ਵਿੱਚ ਰੇਅਰਲੀ ਮੈਂ ਕਦੀ ਯੂਜ਼ ਕਰਦਾ, ਸਾਲ 'ਚ 1 ਜਾਂ 2 ਪਰਚੀ ਲਿਖ ਕੇ ਦਿੰਦਾ ਪ੍ਰਿਸਕ੍ਰਿਪਸ਼ਨ 'ਚ। ਲੇਕਿਨ ਐਡਲਟਸ ਮੈਂ ਇਹ ਕਹਿੰਦਾ ਵੀ ਬਿਨਾਂ ਵਜ੍ਹਾ ਆਪਾਂ ਚੀਜ਼ਾਂ ਨਾ ਪਾਈ ਜਾਈਏ, ਕਿਉਂਕਿ ਜ਼ਿਆਦਾ ਮੈਲਾਟੋਨਿਨ ਲੈਣ ਦੇ ਨਾਲ ਕੋਈ ਜ਼ਿਆਦਾ ਗੂੜੀ ਨੀਂਦ ਨਹੀਂ ਆਊਗੀ। ਜਿੱਦਾਂ ਤੁਹਾਡਾ ਕਨਫਿਊਜ਼ਨ ਵਧੂਗਾ, ਉਲਟੀਆਂ ਹੋਣ ਨੂੰ ਹੋਗੀ, ਇਰੀਟੇਬਿਲਿਟੀ ਹੋਏਗੀ, ਮਸਲ 'ਚ ਥਕੇਵਾਂ ਹੋਏਗਾ, ਹੈਡੇਕ ਹੋਏਗੀ, ਕਨਫਿਊਜ਼ਨ ਹੋਏਗਾ, ਚੱਕਰ ਹੋਣ ਨੂੰ ਹੋਣਗੇ। ਔਰ ਮੈਂ ਜਦੋਂ ਦੱਸਿਆ ਵੀ ਨੀਂਦ ਨਹੀਂ ਆਉਣਾ, ਉਹਦਾ ਕਾਰਨ ਮੋਸਟਲੀ ਐਂਗਜ਼ਾਈਟੀ ਔਰ ਡਿਪਰੈਸ਼ਨ ਹੈਗਾ। ਡਾਕਟਰ ਸਾਹਿਬ, ਇੱਕ ਆਮ ਤੌਰ ਤੇ ਲੋਕ ਇੱਦਾਂ ਸੋਚਦੇ ਆ ਵੀ ਜਿਹੜੀ ਵੀ ਓਵਰ ਦਾ ਕਾਊਂਟਰ ਪਈ ਆ ਦਵਾਈ, ਉਹਦਾ ਐਡਾ ਨੁਕਸਾਨ ਨਹੀਂ ਆ, ਲੈ ਸਕਦੇ ਆ। ਜੇ ਕੋਈ ਇਹਦੇ 'ਚ ਖਤਰੇ ਵਾਲੀ ਗੱਲ ਹੋਵੇ ਜਾਂ ਕੋਈ ਲੈਣ ਦਾ ਹਿਸਾਬ ਕਿਤਾਬ ਹੋਵੇ, ਇਦੋਂ ਲੈਣੀ ਇੰਨੀ ਨਹੀਂ ਲੈਣੀ, ਉਹ ਡਾਕਟਰ ਲਿਖ ਕੇ ਦਿੰਦਾ ਹੈ। ਇਹ ਇੱਦਾਂ ਨਹੀਂ ਹੁੰਦਾ? ਦੇਖੋ, ਓਵਰ ਦਾ ਕਾਊਂਟਰ ਦਾ ਮਤਲਬ ਇਹ ਹੁੰਦਾ ਵੀ ਸ਼ਾਰਟ ਟਰਮ ਯੂਜ਼ ਵਾਸਤੇ, ਜਦੋਂ ਹੁਣ ਟਾਈਲੈਨੋਲ ਹੈ ਨਾ, ਵੀ ਤੁਹਾਡੇ ਬੁਖਾਰ 1-2 ਦਿਨ ਲੈ ਲਿੱਤਾ, ਹੁਣ ਰੋਜ਼ ਹੀ ਟਾਈਲੈਨੋਲ ਛਕੀ ਜਾਓ, ਹੈ ਨਾ, ਉਹ ਤਾਂ ਸਾਈਡ ਇਫੈਕਟ ਕਰੂਗੀ। ਜਾਂ ਐਡਵਿਲ ਆ, ਉਹ ਆਈਬੂਪ੍ਰੋਫਨ ਆ, ਉਹ ਪ੍ਰੋਸਟਾਗਲੈਂਡਿਨ ਜਿਹਨੀ ਇਨਹਿਬਿਟਰ ਆ, ਤੁਹਾਡੇ ਮਤਲਬ ਪੇਟ ਦੇ ਵਿੱਚ ਐਸਿਡਿਟੀ ਜ਼ਿਆਦਾ ਕ੍ਰੀਏਟ ਕਰੂਗੀ, ਹੈ ਨਾ। ਸੋ ਜਦੋਂ ਵੀ ਅਸੀਂ ਕੋਈ ਵੀ ਦਵਾਈ ਲੈਂਦੇ ਹਾਂ, ਭਾਵੇਂ ਉਹ ਪ੍ਰਿਸਕ੍ਰਿਪਸ਼ਨ ਹੈ ਡਾਕਟਰ ਦੀ ਜਾਂ ਓਵਰ ਦਾ ਕਾਊਂਟਰ, ਤੁਹਾਡੇ ਹੈਲਥ ਕੇਅਰ ਪ੍ਰੋਵਾਈਡਰ ਜਾਂ ਤੁਹਾਡੇ ਜਿਹੜੇ ਡਾਕਟਰ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਆਪਣੇ ਸਰੀਰ 'ਚ ਪਾ ਲਿਓ। ਭਾਵੇਂ ਓਵਰ ਦਾ ਕਾਊਂਟਰ ਹੀ ਹੈ, ਲੇਕਿਨ ਡਾਕਟਰ ਨਾਲ ਜ਼ਰੂਰ ਸਲਾਹ ਕਰਨਾ ਚਾਹੀਦੀ ਆ। ਹੁਣ ਕਬੀਰ ਸਾਹਿਬ ਕਹਿੰਦੇ ਆ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਮਾਏ ਨਾਹੀਂ। ਸੋ ਆਪਾਂ ਆਪਣੇ ਅੰਦਰ ਸਵੈ ਪ੍ਰਚੋਲ ਕਰੀਏ ਵੀ ਸਾਨੂੰ ਕਿਹੜੀ ਚੀਜ਼ ਤੰਗ ਕਰ ਰਹੀ ਹੈ, ਕਿਉਂ ਨਹੀਂ ਨੀਂਦ ਆ ਰਹੀ। ਹੁਣ ਦੇਖੋ, ਅੱਜ ਸੂਰਜ ਹੈਗਾ, ਹੈ ਨਾ, ਜਿੰਨਾ ਆਪਾਂ ਸੂਰਜ ਪੂਰੇ ਦਿਨ 'ਚ ਦੇਖਾਂਗੇ, ਓਨਾ ਹੀ ਸ਼ਾਮ ਨੂੰ ਮੈਲਾਟੋਨਿਨ ਜ਼ਿਆਦਾ ਬਣੂਗਾ। ਸੋ ਜਦੋਂ ਸੂਰਜ ਦਾ ਲਾਹਾ ਕਿਉਂ ਨਹੀਂ ਲੈਂਦੇ ਆਪਾਂ। ਤੁਸੀਂ ਦੇਖੋ, ਕੈਨੇਡਾ ਦੇ ਵਿੱਚ ਹੁਣ ਤਾਂ ਚਲੋ ਕੋਵਿਡ ਕਰਕੇ ਟਰੈਵਲਿੰਗ ਬੰਦ ਸੀ, ਹੌਲੀ ਹੌਲੀ ਖੁੱਲੂਗੀ, ਲੇਕਿਨ ਸਿਆਲਾਂ ਦੇ ਵਿੱਚ ਲੋਕ ਕਿੱਥੇ ਜਾਂਦੇ ਸੀ? ਮੈਕਸੀਕੋ, ਹਵਾਈ, ਫਲੋਰੀਡਾ। ਕੀ ਲੈਣ ਜਾਂਦੇ? ਸੂਰਜ। ਕਿਉਂਕਿ ਜਿਹੜਾ ਸੂਰਜ ਆ, ਸਾਡੀ ਮਾਨਸਿਕਤਾ ਨੂੰ, ਸਾਡੇ ਮੈਲਾਟੋਨਿਨ ਸੈਕ੍ਰੀਸ਼ਨ 'ਚ ਸਹਾਈ ਹੁੰਦਾ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।